ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਮੇਰੇ YouTube ਚੈਨਲ ਪਾਥ ਟੂ ਸ਼ੋਰ ਸਕਸੈਸ 'ਤੇ ਸਵਾਗਤ ਕਰਦੀ ਹਾਂ। ਕੱਲ੍ਹ ਦੀ ਵੀਡੀਓ ਦੇ ਵਿੱਚ ਆਪਾਂ ਜੋ ਆਪਣਾ ਪ੍ਰੀਵੀਅਸ ਈਅਰ ਪੇਪਰ 2022 ਦਾ ਹੈ ਉਸ ਦਾ ਪਾਰਟ A ਕੰਪਲੀਟ ਕੀਤਾ ਸੀ। ਅੱਜ ਆਪਾਂ ਪਾਰਟ B ਸਟਾਰਟ ਕਰਾਂਗੇ ਜੋ ਕਿ ਹੈ ਟੀਚਿੰਗ ਪੋਟੈਂਸ਼ੀਅਲ। ਇਸ ਦੇ ਵਿੱਚ ਜੋ ਟੀਚਰ ਨੇ, ਜੋ ਟੀਚਿੰਗ ਹੈ ਉਸ ਦੇ ਆਪਾਂ ਨੂੰ ਕੁਐਸ਼ਚਨਸ ਆਉਂਦੇ ਹਨ। ਤਾਂ ਇਸ ਦੇ ਵਿੱਚ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਕਿ ਜੋ ਵੀ ਕੁਐਸ਼ਨ ਦਾ ਤੁਸੀਂ ਆਨਸਰ ਕਰਨਾ ਹੈ ਤਾਂ ਤੁਸੀਂ ਬੱਚੇ ਦੇ ਤੌਰ 'ਤੇ ਸੋਚਣਾ ਹੈ ਕਿ ਅਗਰ ਤੁਸੀਂ ਸਟੂਡੈਂਟ ਹੁੰਦੇ ਤਾਂ ਤੁਸੀਂ ਉਸ ਚੀਜ਼ ਨੂੰ ਕਿੱਦਾਂ ਟੈਕਲ ਕਰੋਗੇ। ਉਸ ਦੇ ਅਕੋਰਡਿੰਗ ਹੀ ਤੁਸੀਂ ਜੋ ਆਨਸਰ ਹਨ ਉਹ ਲਾਉਣੇ ਹਨ। ਜਿੱਦਾਂ ਕਿ ਕੋਈ ਕੁਐਸ਼ਨ ਆਉਂਦਾ ਹੈ ਕਿ ਬੱਚਾ ਕਲਾਸ ਵਿੱਚ ਬਹੁਤ ਜ਼ਿਆਦਾ ਸ਼ੋਰ ਕਰ ਰਿਹਾ ਹੈ ਤਾਂ ਆਪਾਂ ਨੂੰ ਆਪਸ਼ਨਸ ਆਉਂਦੀਆਂ ਹਨ ਕਿ ਕੀ ਤੁਸੀਂ ਉਸ ਨੂੰ ਬੀਟ ਕਰੋਗੇ, ਕੁੱਟੋਗੇ, ਮਾਰੋਗੇ, ਜਾਂ ਤੁਸੀਂ ਉਸ ਨੂੰ ਪਿਆਰ ਨਾਲ ਸਮਝਾਓਗੇ, ਜਾਂ ਤੁਸੀਂ ਉਸ ਨੂੰ ਕਲਾਸ ਵਿੱਚੋਂ ਬਾਹਰ ਕੱਢ ਦੋਗੇ। ਤਾਂ ਇੱਕ ਬੱਚੇ ਦੇ ਤੌਰ 'ਤੇ ਆਪਾਂ ਸੋਚਣਾ ਹੈ, ਇਸ ਵਿੱਚ ਆਪਾਂ ਬੱਚੇ ਨੂੰ ਹੀ ਸੈਂਟਰ ਰੱਖ ਕੇ ਚੱਲਣਾ ਹੈ। ਤਾਂ ਆਪਾਂ ਕੀ ਕਰਾਂਗੇ, ਅਸੀਂ ਬੱਚੇ ਨੂੰ ਪਿਆਰ ਨਾਲ ਸਮਝਾਵਾਂਗੇ ਅਤੇ ਉਸ ਨੂੰ ਜੋ ਕਾਉਂਸਲਿੰਗ ਹੈ ਉਹ ਕਰਾਂਗੇ। ਤਾਂ ਇਸ ਤਰ੍ਹਾਂ ਬੱਚੇ ਨੂੰ ਸੈਂਟਰ ਮੰਨ ਕੇ ਇਸ ਦੇ ਵਿੱਚ ਆਪਾਂ ਜ਼ਿਆਦਾਤਰ ਜੋ ਆਨਸਰਸ ਨੇ ਉਹ ਕਰਨੇ ਹੁੰਦੇ ਹਨ। ਤਾਂ ਜੀ ਆਪਾਂ ਸਟਾਰਟ ਕਰਦੇ ਹਾਂ ਫਸਟ ਕੁਐਸ਼ਨ ਤੋਂ। ਕੁਐਸ਼ਨ ਹੈ ਜੀ 30 ਨੰਬਰ 1। ਇਨ ਡੈਮੋਕ੍ਰੇਟਿਕ ਕੰਟਰੀ, ਡੈਮੋਕ੍ਰੇਟਿਕ ਹੁੰਦੀ ਹੈ ਜੀ ਜੋ ਲੋਕਤੰਤਰ ਕੰਟਰੀ ਹੁੰਦੀ ਹੈ, ਲਾਈਕ ਇੰਡੀਆ, ਜਿਵੇਂ ਇੰਡੀਆ ਦੇ ਵਿੱਚ ਹੈ, ਜੋ ਸਕੂਲਸ ਸ਼ੁੱਡ ਕੌਨਸਨਟਰੇਟ ਔਨ। ਜਿੱਦਾਂ ਇੰਡੀਆ ਦੇ ਵਿੱਚ ਡੈਮੋਕ੍ਰੇਟਿਕ ਕੰਟਰੀ ਹੈ ਤਾਂ ਜੋ ਇੱਥੇ ਸਕੂਲ ਨੇ ਉਹਨਾਂ ਨੂੰ ਜ਼ਿਆਦਾਤਰ ਕਿਸ ਚੀਜ਼ 'ਤੇ ਧਿਆਨ ਦੇਣਾ ਚਾਹੀਦਾ ਹੈ, ਕੇਂਦਰਿਤ ਹੋਣਾ ਚਾਹੀਦਾ ਉਹਨਾਂ ਦਾ ਧਿਆਨ। ਡਿਵੈਲਪਮੈਂਟ ਆਫ ਟ੍ਰੇਡਸ ਆਫ ਫੇਸ ਹਰਡਲਸ ਆਫ ਡੇਲੀ ਲਾਈਫ, ਜੋ ਉਹਨਾਂ ਨੂੰ ਡੇਲੀ ਲਾਈਫ ਦੀਆਂ ਪ੍ਰੋਬਲਮਸ ਆਉਂਦੀਆਂ ਹਨ ਉਹਨਾਂ ਲਈ ਸਾਹਮਣਾ ਕਰਨਾ, ਉਹਨਾਂ ਦਾ ਵਿਕਾਸ ਕਰਨਾ ਚਾਹੀਦਾ ਹੈ। ਡਿਵੈਲਪਮੈਂਟ ਕਰਨੀ ਚਾਹੀਦੀ ਹੈ ਟ੍ਰੇਡਸ ਆਫ ਗੁੱਡ ਸਿਟੀਜ਼ਨਸ਼ਿਪ ਦੀ, ਚੰਗੀ ਨਾਗਰਿਕਤਾ ਦੇ ਗੁਣਾਂ ਦਾ ਵਿਕਾਸ ਕਰਨਾ ਚਾਹੀਦਾ ਹੈ। ਇਨਕਲਕੇਸ਼ਨ ਆਫ ਵੈਲਿਊਜ਼ ਚੈਰਿਸ਼ਡ ਬਾਈ ਦਾ ਕਮਿਊਨਿਟੀ, ਜਾਂ ਬੱਚਿਆਂ ਦੇ ਵਿੱਚ ਇਨਕਲਕੇਟ ਕਰਨੇ ਚਾਹੀਦੇ ਨੇ ਜੋ ਉਹਨਾਂ ਦੇ ਵਿੱਚ ਵਧੀਆ ਗੁਣ, ਕਦਰਾਂ, ਕੀਮਤਾਂ ਵਿਕਾਸ ਕਰਨਾ ਚਾਹੀਦਾ ਹੈ। ਅਕਾਦਮਿਕ ਉੱਤਮਤਾ ਲਈ ਤਿਆਰੀ ਜਾਂ ਪ੍ਰੈਪਰੇਸ਼ਨ ਹੋਣੀ ਚਾਹੀਦੀ ਹੈ, ਐਕੈਡੈਮਿਕ ਐਕਸੀਲੈਂਸ ਲਈ। ਤਾਂ ਇਸ ਦੇ ਵਿੱਚ ਆਪਾਂ ਦੇਖਾਂਗੇ ਕਿ ਜੋ ਸੈਕਿੰਡ ਆਪਸ਼ਨ ਹੈ ਜਿਸ ਦੇ ਵਿੱਚ ਹੈ ਡਿਵੈਲਪਮੈਂਟ ਆਫ ਟ੍ਰੇਡਸ ਆਫ ਗੁੱਡ ਸਿਟੀਜ਼ਨਸ਼ਿਪ, ਜਾਣੀ ਕਿ ਚੰਗੀ ਨਾਗਰਿਕਤਾ ਦੇ ਗੁਣ। ਤਾਂ ਜੋ A ਅਤੇ B ਆਪਸ਼ਨ ਹੈ ਆਲਰੇਡੀ, ਜੋ A ਅਤੇ C ਹੈ ਆਲਰੇਡੀ B ਦੇ ਵਿੱਚ ਹੀ ਕਵਰ ਹੋ ਗਈ ਹੈ, ਜਿਸ ਦੇ ਵਿੱਚ ਆਪਾਂ ਨੂੰ ਕਿਹਾ ਹੈ ਕਿ ਬੱਚੇ ਦੇ ਅੰਦਰ ਜੋ ਚੰਗੀ ਨਾਗਰਿਕਤਾ ਦੇ ਗੁਣ ਹਨ ਉਹਨਾਂ ਦਾ ਵਿਕਾਸ ਕਰਨਾ ਚਾਹੀਦਾ ਹੈ। ਇਕੱਲੇ ਬੱਚੇ ਦੇ ਵਿੱਚ ਅਕੈਡੈਮਿਕ ਐਕਸੀਲੈਂਸ ਨਹੀਂ ਹੋਣੀ ਚਾਹੀਦੀ ਕਿ ਬੱਚਾ ਸਿਰਫ ਪੜ੍ਹਾਈ ਵਿੱਚ ਹੀ ਹੋਵੇ। ਬੱਚੇ ਨੂੰ ਆਲੇ ਦੁਆਲੇ ਦਾ ਵੀ, ਸਰਾਊਂਡਿੰਗਸ ਦਾ ਵੀ ਪਤਾ ਹੋਣਾ ਚਾਹੀਦਾ, ਕਿਸ ਤਰ੍ਹਾਂ ਕਿਸੇ ਨਾਲ ਬਿਹੇਵ ਕਰਨਾ ਚਾਹੀਦਾ ਹੈ। ਉਹ ਸਾਰੀਆਂ ਚੀਜ਼ਾਂ ਦਾ ਵੀ ਬੱਚੇ ਦੇ ਵਿੱਚ ਵਿਕਾਸ ਕਰਨਾ ਚਾਹੀਦਾ ਹੈ, ਜਿਹਨੂੰ ਆਪਾਂ ਓਵਰਆਲ ਡਿਵੈਲਪਮੈਂਟ ਕਹਿ ਦਿੰਦੇ ਹਾਂ ਪਰਸਨੈਲਿਟੀ ਦੀ। ਤਾਂ ਇਸ ਦਾ ਜੀ ਸਹੀ ਆਪਸ਼ਨ ਹੋਵੇਗਾ ਆਪਸ਼ਨ B। ਨੈਕਸਟ ਹੈ ਜਾਂ ਮੇਨ ਪਰਪਜ਼ ਆਫ ਪੇਰੈਂਟ ਟੀਚਰ ਐਸੋਸੀਏਸ਼ਨ। ਜੋ ਪੈਰੈਂਟ ਟੀਚਰ ਐਸੋਸੀਏਸ਼ਨ ਹੁੰਦੀ ਹੈ ਉਸ ਦਾ ਜੋ ਮੇਨ ਮਕਸਦ ਹੁੰਦਾ ਹੈ ਕਿਸੇ ਵੀ ਸਕੂਲ ਦੇ ਵਿੱਚ ਤਾਂ ਉਹ ਕੀ ਹੁੰਦਾ ਹੈ। ਕੀਪ ਸਟੂਡੈਂਟਸ ਇਨ ਚੈੱਕ ਐਂਡ ਕੰਟਰੋਲ, ਇਹ ਹੋਣਾ ਚਾਹੀਦਾ ਕਿ ਬੱਚੇ ਨੂੰ ਕੰਟਰੋਲ ਅਤੇ ਨਿਯੰਤਰਣ ਵਿੱਚ ਰੱਖਣਾ। ਇਨਵੋਲਵ ਪੇਰੈਂਟਸ ਇਨ ਦਾ ਇੰਪਰੂਵਮੈਂਟ ਆਫ ਸਕੂਲ ਫੰਕਸ਼ਨਿੰਗ, ਸਕੂਲ ਦੇ ਕੰਮਕਾਜ ਵਿੱਚ ਸੁਧਾਰ ਲਈ ਮਾਪਿਆਂ ਨੂੰ ਸ਼ਾਮਲ ਕਰਨਾ ਹੋ ਸਕਦਾ ਹੈ। ਕਲੈਕਟ ਐਡੀਸ਼ਨਲ ਫੰਡਸ ਫॉर ਰੈਮੀਡੀਅਲ ਟੀਚਿੰਗ, ਜੋ ਬੱਚੇ ਪੇਰੈਂਟਸ ਆਉਂਦੇ ਨੇ ਉਹਨਾਂ ਤੋਂ ਜੋ ਫੰਡ ਹੈ ਉਹ ਇਕੱਠਾ ਕਰਨਾ ਹੁੰਦਾ ਹੈ। ਸ਼ੇਅਰ ਅੰਡਰਸਟੈਂਡਿੰਗ ਆਫ ਦਾ ਪ੍ਰੋਬਲਮਸ ਫੇਸਡ ਬਾਈ ਸਕੂਲ, ਜਾਂ ਸਕੂਲ ਦੁਆਰਾ ਜੋ ਪ੍ਰੋਬਲਮਸ ਫੇਸ ਕੀਤੀਆਂ ਜਾਂਦੀਆਂ ਹਨ ਉਹਨਾਂ ਨੂੰ ਪੇਰੈਂਟਸ ਨੂੰ ਦੱਸਣਾ ਹੁੰਦਾ ਹੈ। ਤਾਂ ਦੇਖੋ ਜੀ ਇਸ ਦੀ ਜੋ ਸਹੀ ਆਪਸ਼ਨ ਹੋਵੇਗੀ ਉਹ ਹੋਵੇਗੀ ਆਪਸ਼ਨ B। ਇਨਵੋਲਵ ਕਰਨਾ ਹੈ ਪੇਰੈਂਟਸ ਨੂੰ ਇਨ ਦਾ ਇੰਪਰੂਵਮੈਂਟ ਆਫ ਸਕੂਲ ਫੰਕਸ਼ਨਿੰਗ, ਸਕੂਲ ਦੇ ਵਿੱਚ ਕਿਸ ਤਰ੍ਹਾਂ ਦੇ ਕੰਮ ਕਾਜ ਵਿੱਚ ਸੁਧਾਰ ਚਾਹੀਦੇ ਹਨ ਤਾਂ ਉਸ ਚੀਜ਼ ਲਈ ਮਾਪਿਆਂ ਦੇ ਜੋ ਪੇਰੈਂਟ ਟੀਚਰ ਐਸੋਸੀਏਸ਼ਨ ਹੈ ਉਹ ਬਣਾਈ ਜਾਂਦੀ ਹੈ। ਨੈਕਸਟ ਹੈ ਜੀ ਅਰੇਂਜ ਕਰਨਾ ਹੈ ਫੋਲੋਇੰਗ ਟੀਚਿੰਗ ਪ੍ਰੋਸੈਸ ਇਨ ਆਰਡਰ, ਜੋ ਆਪਾਂ ਟੀਚਿੰਗ ਪ੍ਰੋਸੈਸ ਕਰਦੇ ਹਾਂ ਬੱਚੇ ਨੂੰ ਕਿਸ ਤਰ੍ਹਾਂ ਸਟੈਪ ਬਾਈ ਸਟੈਪ ਪੜ੍ਹਾਉਣਾ ਹੈ ਉਸ ਦੇ ਆਰਡਰ 'ਚ ਆਪਾਂ ਪਹਿਲਾਂ ਕੀ ਕਰਾਂਗੇ, ਸੈਕਿੰਡ ਕੀ ਕਰਾਂਗੇ, ਇਸ ਨੂੰ ਕਰਾਂਗੇ। ਇਸ ਦੀਆਂ ਆਪਸ਼ਨਸ ਹਨ ਜੀ ਰਿਲੇਟਿੰਗ ਦਾ ਪ੍ਰੈਜੈਂਟ ਨੌਲੇਜ ਵਿਦ ਦਾ ਪ੍ਰੀਵੀਅਸ ਨੌਲੇਜ। ਫਸਟ ਦੇ ਵਿੱਚ ਆਪਾਂ ਨੂੰ ਕਿਹਾ ਹੈ ਕਿ ਜਦੋਂ ਆਪਾਂ ਬੱਚੇ ਨੂੰ ਕੋਈ ਵੀ ਟੌਪਿਕ ਪੜ੍ਹਾਉਣਾ ਹੈ ਤਾਂ ਜੋ ਪ੍ਰੈਜੈਂਟ ਆਪਣਾ ਟੌਪਿਕ ਪੜ੍ਹਾ ਰਹੇ ਹਾਂ ਕਿ ਉਸ ਨੂੰ ਉਹਦੀ ਪ੍ਰੀਵੀਅਸ ਨੌਲੇਜ ਚੈੱਕ ਕਰਨੀ ਚਾਹੀਦੀ ਹੈ ਪਹਿਲਾਂ ਆਪਾਂ ਨੂੰ, ਜਾਂ ਪਹਿਲਾਂ ਆਪਾਂ ਉਹਦੀ ਇਵੈਲੂਏਸ਼ਨ ਕਰਾਂਗੇ, ਜਾਂ ਰੀਟੀਚਿੰਗ ਕਰਾਂਗੇ, ਜਾਂ ਫਾਰਮੂਲੇਟਿੰਗ ਓਬਜੈਕਟਿਵ, ਜਾਂ ਆਪਾਂ ਆਪਣੇ ਓਬਜੈਕਟਿਵ ਪਹਿਲਾਂ ਸੈੱਟ ਕਰਾਂਗੇ, ਜਾਂ ਪ੍ਰੈਜੈਂਟੇਸ਼ਨ ਆਫ ਮਟੀਰੀਅਲਸ ਪਹਿਲਾਂ ਕਰਾਂਗੇ। ਤਾਂ ਜੀ ਇਸ ਦੀ ਜੋ ਸਹੀ ਆਪਸ਼ਨ ਹੈ ਆਪਾਂ ਨੂੰ ਪਤਾ ਹੈ ਪਹਿਲਾਂ ਆਵੇਗਾ ਜੀ ਫਾਰਮੂਲੇਟਿੰਗ ਓਬਜੈਕਟਿਵਸ। ਪਹਿਲਾਂ ਆਪਾਂ ਜੋ ਓਬਜੈਕਟਿਵਸ ਨੇ ਉਹ ਸੈੱਟ ਕਰਾਂਗੇ, ਉਸ ਤੋਂ ਬਾਅਦ ਆਪਾਂ ਬੱਚੇ ਦੀ ਜੋ ਉਸ ਟੌਪਿਕ ਨੂੰ ਲੈ ਕੇ ਉਹ ਕਿੰਨਾ ਕੁ ਉਸਨੂੰ ਪਹਿਲਾਂ ਤੋਂ ਪਤਾ ਹੈ ਪ੍ਰੀਵੀਅਸ ਨੌਲੇਜ ਚੈੱਕ ਕਰਨਾ ਹੁੰਦਾ ਹੈ। ਜਿਵੇਂ ਆਪਾਂ ਕੋਈ ਟੌਪਿਕ ਪੜ੍ਹਾਉਣਾ ਹੈ, ਜਿੱਦਾਂ ਤੁਸੀਂ ਕਹਿ ਸਕਦੇ ਹੋ ਵੀ ਆਪਾਂ 15 ਅਗਸਤ 1947 ਬਾਰੇ ਪੜ੍ਹਾਉਣਾ ਹੈ ਤਾਂ ਉਸ ਚੀਜ਼ ਬਾਰੇ ਬੱਚੇ ਨੂੰ ਆਜ਼ਾਦੀ ਦਿਵਸ ਬਾਰੇ ਕਿੰਨੀ ਪਹਿਲਾਂ ਤੋਂ ਨੌਲੇਜ ਹੈ ਉਸ ਨੂੰ ਆਪਾਂ ਚੈੱਕ ਕਰਾਂਗੇ। ਥਰਡ ਨੰਬਰ 'ਤੇ ਆਪਾਂ ਕੀ ਕਰਾਂਗੇ ਜੀ ਮਟੀਰੀਅਲ ਜੋ ਆਪਣਾ ਹੈ ਉਸ ਨੂੰ ਪ੍ਰਜੈਂਟ ਕਰਾਂਗੇ। ਫੋਰਥ ਨੰਬਰ 'ਤੇ ਆਪਾਂ ਬੱਚੇ ਦੀ ਇਵੈਲੂਏਸ਼ਨ ਕਰਾਂਗੇ ਕਿ ਜੋ ਕੁਛ ਅਸੀਂ ਬੱਚੇ ਨੂੰ ਪੜ੍ਹਾਇਆ ਹੈ
ਕਿ ਉਹਨੂੰ ਸਮਝ ਆ ਗਿਆ ਹੈ ਜਾਂ ਨਹੀਂ ਆਇਆ ਹੈ, ਅਤੇ ਲਾਸਟ 'ਤੇ ਆਪਾਂ ਉਸ ਦੀ ਫਿਰ ਰੀਟੀਚਿੰਗ ਕਰਾਂਗੇ। ਤਾਂ ਇਸ ਦਾ ਸਹੀ ਆਪਸ਼ਨ ਹੋਵੇਗਾ ਜੀ ਆਪਸ਼ਨ ਡੀ 41523। ਨੈਕਸਟ ਹੈ ਜੀ ਰਾਈਟ ਟੂ ਪ੍ਰੋਪਰਟੀ ਵਾਜ਼ ਰਿਮੂਵਡ ਫਰੋਮ ਦਾ ਲਿਸਟ ਆਫ ਫੰਡਾਮੈਂਟਲ ਰਾਈਟਸ ਇਨ ਦਾ ਕੌਨਸਟੀਟਿਊਸ਼ਨ ਇਨ ਦਾ ਈਅਰ 1978। ਜੋ ਰਾਈਟ ਟੂ ਪ੍ਰੋਪਰਟੀ ਸੀ ਆਪਣੇ ਕੌਨਸਟੀਟਿਊਸ਼ਨ ਦੇ ਵਿੱਚ, ਸੰਵਿਧਾਨ ਦੇ ਵਿੱਚ, ਉਹ 1978 ਈਸਵੀ ਦੇ ਵਿੱਚ ਰਿਮੂਵ ਕਰ ਦਿੱਤਾ ਗਿਆ ਸੀ। ਇਹ ਆਪਣਾ ਇੱਕ ਫੰਡਾਮੈਂਟਲ ਰਾਈਟ ਨਹੀਂ ਰਿਹਾ ਸੀ। ਤਾਂ ਇਹ ਕਿਹੜੀ ਅਮੈਂਡਮੈਂਟ ਦੇ ਰਾਹੀਂ ਇਸ ਨੂੰ ਸੰਵਿਧਾਨ ਦੇ ਵਿੱਚੋਂ ਜੋ ਆਪਣੇ ਫੰਡਾਮੈਂਟਲ ਰਾਈਟ ਆ ਉਸ ਦੇ ਵਿੱਚੋਂ ਹਟਾ ਦਿੱਤਾ ਗਿਆ ਸੀ? ਤਾਂ ਉਹ ਸੀ ਜੀ 44th ਅਮੈਂਡਮੈਂਟ। ਸੀ ਇਜ਼ ਦਾ ਕਰੈਕਟ ਆਪਸ਼ਨ। ਨੈਕਸਟ ਹੈ ਜੀ ਰਾਈਟ ਟੂ ਚਿਲਡਰਨ ਟੂ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਹੈਜ਼ ਬੀਨ ਮੇਡ ਅ ਫੰਡਾਮੈਂਟਲ ਰਾਈਟ ਆਫ ਦਾ ਕੌਨਸਟੀਟਿਊਸ਼ਨ। ਕੱਲ੍ਹ ਵੀ ਆਪਾਂ ਕੀਤਾ ਸੀ ਜੀ, ਜੋ ਰਾਈਟ ਟੂ ਬੱਚਿਆਂ ਨੂੰ ਜੋ ਫ੍ਰੀ ਅਤੇ ਕੰਪਲਸਰੀ ਐਜੂਕੇਸ਼ਨ ਹੈ ਉਹਦੇ ਲਈ ਜੋ ਰਾਈਟ ਹੈ, ਜੋ ਆਰਟੀਕਲ ਹੈ, ਜੋ ਆਰਟੀਕਲ ਕਿਹੜਾ ਸੀ ਜੀ 21A ਆਰਟੀਕਲ ਸੀ। ਤਾਂ ਕਿਸ ਅਮੈਂਡਮੈਂਟ ਰਾਹੀਂ ਸੰਵਿਧਾਨ ਦੇ ਵਿੱਚ ਲਾਗੂ ਕੀਤਾ ਗਿਆ ਸੀ? ਤਾਂ ਇਹ ਕੀਤਾ ਗਿਆ ਸੀ ਜੀ ਆਰਟੀਕਲ ਜੋ ਆਪਣੀ ਅਮੈਂਡਮੈਂਟ ਹੈ 86th ਅਮੈਂਡਮੈਂਟ। ਤਾਂ ਬੀ ਇਸ ਦਾ ਸਹੀ ਆਪਸ਼ਨ ਹੋਵੇਗਾ। ਕਿਹੜੇ ਆਰਟੀਕਲ ਰਾਹੀਂ ਜੀ? 21A ਆਰਟੀਕਲ ਦੇ ਰਾਹੀਂ। ਕਿਹੜੀ ਅਮੈਂਡਮੈਂਟ? 86th ਅਮੈਂਡਮੈਂਟ। ਕਦੋਂ ਹੋਈ ਸੀ ਜੀ? 2002 ਦੇ ਵਿੱਚ। ਅਤੇ ਸੰਵਿਧਾਨ ਦੇ ਕਿਹੜੇ ਪਾਰਟ ਦੇ ਵਿੱਚ ਹੈ? ਪਾਰਟ 3 ਦੇ ਵਿੱਚ ਇਸ ਚੀਜ਼ ਨੂੰ ਲਿਖਿਆ ਹੋਇਆ ਹੈ। ਨੈਕਸਟ ਹੈ ਜੀ ਆਰਟੀਕਲ 19 ਆਫ ਦਾ ਇੰਡੀਅਨ ਕੌਨਸਟੀਟਿਊਸ਼ਨ ਇਨਕਲੂਡਸ ਵਿਚ ਵਨ ਆਫ ਦਾ ਫੋਲੋਇੰਗ ਰਾਈਟਸ। ਜੋ 19ਵਾਂ ਆਰਟੀਕਲ ਹੈ ਆਪਣੇ ਸੰਵਿਧਾਨ ਦੇ ਵਿੱਚ, ਤਾਂ ਉਸ ਦੇ ਵਿੱਚ ਕੀ ਲਿਖਿਆ ਗਿਆ ਹੈ? ਉਸ ਦੇ ਵਿੱਚ ਲਿਖਿਆ ਜੀ ਰਾਈਟ ਟੂ ਫਰੀਡਮ ਆਫ ਸਪੀਚ ਐਂਡ ਐਕਸਪ੍ਰੈਸ਼ਨ। ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ। ਜੋ ਆਪਣੀ ਫਰੀਡਮ ਆਫ ਸਪੀਚ ਐਂਡ ਐਕਸਪ੍ਰੈਸ਼ਨ ਹੈ ਉਸ ਨੂੰ ਆਰਟੀਕਲ ਜੋ 19 ਹੈ ਉਸ ਦੇ ਰਾਹੀਂ ਦਰਸਾਇਆ ਗਿਆ ਹੈ। ਸੋ ਸੀ ਇਜ਼ ਦਾ ਰਾਈਟ ਆਪਸ਼ਨ, ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਜੋ ਲੋਕ ਨੇ ਉਹਨਾਂ ਨੂੰ ਖੁੱਲ੍ਹ ਹੈ ਕਿ ਉਹ ਆਪਣਾ ਕੁਛ ਵੀ ਬੋਲਣਾ ਚਾਹੁੰਦੇ ਹਨ, ਕੁਛ ਵੀ ਐਕਸਪ੍ਰੈਸ ਕਰਨਾ ਚਾਹੁੰਦੇ ਹਨ, ਉਸ ਦੀ ਲੋਕਾਂ ਨੂੰ ਆਜ਼ਾਦੀ ਹੈ। ਨੈਕਸਟ ਹੈ ਜੀ ਵਟ ਆਰ ਦਾ ਕਲਾਸਿਸ ਵਿਚ ਕਵਰ ਦਾ ਪ੍ਰੈਪਰੇਟਰੀ ਸਟੇਜ ਅਕੋਰਡਿੰਗ ਟੂ NEP 2020 ਨਿਊ ਕਰਿਕੂਲਰ ਸਟਰਕਚਰ। ਜੋ NEP ਜੋ ਨੈਸ਼ਨਲ ਐਜੂਕੇਸ਼ਨ ਪੋਲਿਸੀ ਸੀ BB ਦੀ, ਇਹਦੇ ਨਵੇਂ ਪਾਠਕ੍ਰਮ ਢਾਂਚੇ ਦੇ ਅਨੁਸਾਰ ਜੋ ਪ੍ਰੈਪਰੇਟਰੀ ਕਲਾਸਿਸ ਨੇ, ਪੜਾਅ ਨੇ, ਉਹ ਕਿਹੜੀਆਂ ਕਲਾਸਾਂ ਦੇ ਵਿੱਚ ਸ਼ਾਮਲ ਕੀਤੇ ਗਏ ਹਨ? ਤਾਂ ਉਹ ਕੀਤੇ ਗਏ ਹਨ ਜੀ ਕਲਾਸ 3 ਤੋਂ 5 ਦੇ ਬਾਅਦ। NEP ਜੋ 2020 ਹੈ ਇਸ ਨੂੰ ਆਪਾਂ ਸਾਰੀ ਇੱਕ ਵੀਡੀਓ ਦੇ ਵਿੱਚ ਕਵਰ ਕਰਾਂਗੇ ਅਤੇ MCQs ਦੀ ਫੋਰਮ ਦੇ ਵਿੱਚ ਵੀ ਕਰਾਂਗੇ। ਦ ਨੇਮ ਆਫ ਜਸ਼ਪਾਲ ਕਮੇਟੀ। ਜੋ ਜਸ਼ਪਾਲ ਕਮੇਟੀ ਰਿਪੋਰਟ ਸੀ 1993 ਦੇ ਵਿੱਚ, ਤਾਂ ਉਸ ਦਾ ਇੱਕ ਹੋਰ ਨੇਮ ਵੀ ਸੀ। ਤਾਂ ਉਸਨੂੰ ਕੀ ਕਿਹਾ ਜਾਂਦਾ ਸੀ? ਉਹ ਸੀ ਜੀ ਲਰਨਿੰਗ ਵਿਦਾਊਟ ਦਾ ਬਰਡਨ। ਇਸ ਵਿੱਚ ਇਹਨਾਂ ਨੇ ਕਿਹਾ ਸੀ ਕਿ ਬੱਚੇ ਨੂੰ ਇੱਦਾਂ ਦੀ ਲਰਨਿੰਗ ਹੋਣੀ ਚਾਹੀਦੀ ਹੈ ਅਤੇ ਬੱਚੇ 'ਤੇ ਕਿਸੇ ਤਰ੍ਹਾਂ ਦਾ ਬੋਝ ਨਾ ਪਵੇ। ਤੁਸੀਂ ਉਸ ਨੂੰ ਕ੍ਰੀਏਟਿਵ ਰਾਹੀਂ ਬੱਚੇ ਨੂੰ ਵਧੀਆ ਵਧੀਆ ਇੰਟਰਸਟਿੰਗ ਥਿੰਗਸ ਦੇ ਰਾਹੀਂ ਪੜ੍ਹਾ ਸਕਦੇ ਹੋ, ਪਰ ਬੱਚਾ ਪੜ੍ਹਾਈ ਨੂੰ ਇੱਕ ਬੋਝ ਨਾ ਸਮਝੇ। ਨੈਕਸਟ ਕੁਐਸਚਨ ਹੈ ਜੀ ਇਫ ਦਾ ਮੈਜੋਰਿਟੀ ਆਫ ਸਟੂਡੈਂਟਸ ਇਨ ਯੂਰ ਕਲਾਸ ਆਰ ਵੀਕ। ਜੇ ਤੁਹਾਡੀ ਕਲਾਸ ਦੇ ਵਿੱਚ ਜ਼ਿਆਦਾਤਰ ਬੱਚੇ ਕਮਜ਼ੋਰ ਹਨ, ਯੂ ਸ਼ੁੱਡ, ਤੁਹਾਨੂੰ ਕੀ ਕਰਨਾ ਚਾਹੀਦਾ? ਨੋਟ ਕੇਅਰ ਅਬਾਊਟ ਦਾ ਇੰਟੈਲੀਜੈਂਟ ਸਟੂਡੈਂਟ। ਬੱਚਿਆਂ ਵੱਲ ਤੁਹਾਨੂੰ ਧਿਆਨ, ਜੋ ਇੰਟੈਲੀਜੈਂਟ ਸਟੂਡੈਂਟਸ ਨੇ ਉਹਨਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਕੀਪ ਯੂਰ ਟੀਚਿੰਗ ਸਲੋ ਅਲੋਂਗ ਵਿਦ ਦਾ ਸਮ ਐਕਸਟਰਾ ਗਾਈਡੈਂਸ ਟੂ ਬ੍ਰਾਈਟ ਪਿਊਪਲਸ। ਕੀਪ ਯੂਰ ਸਪੀਡ ਆਫ ਟੀਚਿੰਗ ਫਾਸਟ ਸੋ ਦਾ ਸਟੂਡੈਂਟਸ ਜੋ ਕੰਪਰੀਹੈਂਸਿਵ ਲੈਵਲਸ ਮੇ ਇਨਕਰੀਜ਼। ਕੀਪ ਯੂਰ ਟੀਚਿੰਗ ਸਲੋ। ਇਹ ਹੈ ਜੀ ਜੋ ਵੀਕ ਬੱਚੇ ਹਨ ਜ਼ਿਆਦਾਤਰ, ਤਾਂ ਤੁਸੀਂ ਕੀ ਕਰੋਗੇ? ਤਾਂ ਆਪਾਂ ਇੱਕ ਬੱਚੇ ਦੇ ਤੌਰ 'ਤੇ ਸੋਚਣਾ ਹੈ ਕਿ ਸਟੂਡੈਂਟਸ ਦੇ ਨੂੰ ਸੈਂਟਰ ਰੱਖ ਕੇ ਦੇਖਣਾ ਹੈ। ਤਾਂ ਇੱਦਾਂ ਨਹੀਂ ਹੈ ਜੀ ਆਪਾਂ ਬਹੁਤ ਜ਼ਿਆਦਾ ਜੋ ਜ਼ਿਆਦਾ ਇੰਟੈਲੀਜੈਂਟ ਬੱਚੇ ਨੇ ਉਹਨਾਂ ਬਾਰੇ ਸੋਚਾਂਗੇ ਹੀ ਨਹੀਂ। ਤਾਂ ਇਸ ਤੋਂ ਬਾਅਦ ਹੈ ਕੀਪ ਯੂਰ ਟੀਚਿੰਗ ਸਲੋ। ਤੁਸੀਂ ਆਪਣੀ ਟੀਚਿੰਗ ਸਲੋ ਰੱਖੋਗੇ, ਉਹਦੇ ਨਾਲ ਨਾਲ ਕੀ ਕਰੋਗੇ? ਜਿਹੜੇ ਬ੍ਰਾਈਟ ਹੁੰਦੇ ਨੇ, ਜੋ ਇੰਟੈਲੀਜੈਂਟ ਬੱਚੇ ਨੇ, ਉਹਨਾਂ ਨੂੰ ਤੁਸੀਂ ਐਕਸਟਰਾ ਗਾਈਡੈਂਸ ਦੇ ਸਕਦੇ ਹੋ, ਐਕਸਟਰਾ ਕਲਾਸਿਸ ਲਾ ਸਕਦੇ ਹੋ। ਕੀਪ ਯੂਰ ਸਪੀਡ, ਪੜ੍ਹਾਉਣ ਦੀ ਗਤੀ ਤੁਸੀਂ ਬਹੁਤ ਜ਼ਿਆਦਾ ਤੇਜ਼ ਰੱਖੋਗੇ ਤਾਂ ਕਿ ਵਿਦਿਆਰਥੀਆਂ ਦੀ ਸਮਝ ਆ ਸਕੇ, ਜਾਂ ਤੁਸੀਂ ਆਪਣੀ ਟੀਚਿੰਗ ਨੂੰ ਬਿਲਕੁਲ ਹੀ ਸਲੋ ਕਰ ਦੋਗੇ। ਤਾਂ ਤੁਸੀਂ ਦੇਖ ਸਕਦੇ ਹੋ ਜੀ ਇਸ ਦੀ ਸਹੀ ਆਪਸ਼ਨ ਬੀ ਹੋਵੇਗੀ, ਜਿਸ ਦੇ ਵਿੱਚ ਟੀਚਿੰਗ ਨੂੰ ਸਲੋ ਰੱਖਿਆ ਜਾਵੇਗਾ, ਪਰ ਜੋ ਬ੍ਰਾਈਟ ਸਟੂਡੈਂਟਸ ਨੇ, ਜੋ ਇੰਟੈਲੀਜੈਂਟ ਬੱਚੇ ਨੇ, ਉਹਨਾਂ ਦਾ ਵੀ ਕੋਈ ਲੋਸ ਨਾ ਹੋਵੇ, ਤਾਂ ਉਹਦੇ ਲਈ ਉਹਨਾਂ ਨੂੰ ਐਕਸਟਰਾ ਗਾਈਡੈਂਸ ਜੋ ਟੀਚਰਸ ਦੁਆਰਾ ਹੈ ਉਹ ਪ੍ਰੋਵਾਈਡ ਕੀਤੀ ਜਾਵੇਗੀ। ਨੈਕਸਟ ਹੈ ਜੀ ਫॉर ਮੇਨਟੇਨਿੰਗ ਇਫੈਕਟਿਵ ਡਿਸਿਪਲਿਨ ਇਨ ਦਾ ਕਲਾਸ ਦਾ ਟੀਚਰ ਸ਼ੁੱਡ। ਕਲਾਸ ਦੇ ਵਿੱਚ ਵਧੀਆ ਇਫੈਕਟਿਵ ਡਿਸਿਪਲਿਨ ਬਣਾਉਣ ਲਈ ਟੀਚਰ ਨੂੰ ਕੀ ਕਰਨਾ ਚਾਹੀਦਾ ਹੈ? ਅਲਾਓ ਸਟੂਡੈਂਟਸ ਟੂ ਡੂ ਵਟ ਦੇ ਲਾਈਕ। ਬੱਚਿਆਂ ਨੂੰ ਕਹਿਣਾ ਵੀ ਜੋ ਪਸੰਦ ਕਰਦੇ ਹਨ ਉਹ ਕਰਨ। ਡੀਲ ਵਿਦ ਦਾ ਸਟੂਡੈਂਟ ਸਟ੍ਰਿਕਟਲੀ। ਉਹਨਾਂ ਨੂੰ ਬਹੁਤ ਸਖਤੀ ਨਾਲ ਪੇਸ਼ ਹੋਣਾ ਚਾਹੀਦਾ ਹੈ। ਗਿਵ ਦਾ ਸਟੂਡੈਂਟ ਸਮ ਪ੍ਰੋਬਲਮ ਟੂ ਸੋਲਵ। ਉਹਨਾਂ ਨੂੰ ਕੁਝ ਪ੍ਰੋਬਲਮਸ ਦੇ ਸਕਦੇ ਹਨ ਜੋ ਸੋਲਵ ਕਰ ਲੈਣ। ਡੀਲ ਵਿਦ ਦੈਮ ਪੋਲਾਈਟਲੀ ਐਂਡ ਫੋਰਮਲੀ। ਜਾਂ ਤੁਸੀਂ ਬੱਚੇ ਨਾਲ ਬਹੁਤ ਹੀ ਨਿਮਰਤਾ ਨਾਲ ਪੇਸ਼ ਹੋਣਾ ਚਾਹੀਦਾ ਹੈ। ਤਾਂ ਇਸ ਦੀ ਸਹੀ ਆਪਸ਼ਨ ਹੈ ਜੀ ਆਪਸ਼ਨ ਡੀ। When some students are deliberately attempting to disturb the discipline of the class by making mischief,
ਵਟ ਵਿਲ ਬੀ ਯੂਰ ਰੋਲ ਐਜ਼ ਅ ਟੀਚਰ। ਇਸ ਦੇ ਵਿੱਚ ਆਪਾਂ ਨੂੰ ਪੁੱਛਿਆ ਵੀ ਜਦੋਂ ਕੁਝ ਵਿਦਿਆਰਥੀ ਜਾਣ ਬੁੱਝ ਕੇ ਸ਼ਰਾਰਤਾਂ ਕਰਦੇ ਨੇ, ਕਲਾਸ ਦੇ ਜੋ ਡਿਸਿਪਲਨ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਦੇ ਨੇ, ਤਾਂ ਐਜ਼ ਅ ਟੀਚਰ ਤੁਹਾਡਾ ਕੀ ਰੋਲ ਹੋਵੇਗਾ, ਤੁਸੀਂ ਉੱਥੇ ਕੀ ਕਰੋਗੇ। ਐਕਸਪੈਲਿੰਗ ਦੋ ਸਟੂਡੈਂਟਸ, ਉਹਨਾਂ ਨੂੰ ਵਿਦਿਆਰਥੀ ਨੂੰ ਬਾਹਰ ਕੱਢ ਦੂੰਗੀ। ਗਿਵਿੰਗ them ਐਨ ਓਪਰਚੁਨਿਟੀ ਫॉर ਇੰਟਰੋਸਪੈਕਸ਼ਨ ਐਂਡ ਇੰਪਰੂਵਿੰਗ देयर ਬਿਹੇਵੀਅਰ, ਜਾਂ ਤੁਸੀਂ ਉਹਨਾਂ ਨੂੰ ਇੱਕ ਮੌਕਾ ਦਓਗੇ ਵੀ ਜੋ ਬੱਚੇ ਨੇ ਆਪਣਾ ਬਿਹੇਵੀਅਰ ਹੈ ਜੋ ਉਹ ਚੇਂਜ ਕਰ ਸਕਣ, ਸੁਧਾਰ ਲਿਆ ਸਕਣ। ਰਿਫੋਰਮ ਦਾ ਗਰੁੱਪ ਵਿਦ ਅਥੋਰਿਟੀ, ਆਪਣੇ ਅਕੋਰਡਿੰਗ ਗਰੁੱਪ ਨੂੰ ਸੁਧਾਰੋਗੇ। ਜਾਂ ਆਈਸੋਲੇਟ ਦੋ ਸਟੂਡੈਂਟਸ, ਕਿ ਜੋ ਸ਼ਰਾਰਤੀ ਬੱਚੇ ਨੇ ਉਹਨਾਂ ਨੂੰ ਦੂਜੇ ਗਰੁੱਪ ਤੋਂ ਅਲੱਗ ਕਰ ਦੇਵੋਗੇ। ਤਾਂ ਇਸ ਦੀ ਸਹੀ ਆਪਸ਼ਨ ਹੋਵੇਗੀ ਆਪਸ਼ਨ ਬੀ, ਤੁਸੀਂ ਬੱਚਿਆਂ ਨੂੰ ਇੱਕ ਮੌਕਾ ਦਓਗੇ ਤਾਂ ਕਿ ਉਹ ਆਪਣੇ ਆਪ ਨੂੰ ਇੱਕ ਨਿਰੀਖਣ ਕਰ ਸਕਣ ਅਤੇ ਆਪਣੇ ਬਿਹੇਵੀਅਰ ਦੇ ਵਿੱਚ ਇੰਪਰੂਵਮੈਂਟ ਲਿਆ ਸਕਣ। ਨੈਕਸਟ ਹੈ ਜੀ, ਵਿਚ ਵਨ ਆਫ ਦਾ ਫੋਲੋਇੰਗ ਇਜ਼ ਕੰਸੀਡਰਿੰਗ ਅ ਸਾਈਨ ਆਫ ਮੋਟੀਵੇਟਡ ਟੀਚਿੰਗ। ਜੋ ਮੋਟੀਵੇਟਡ ਟੀਚਿੰਗ ਹੁੰਦੀ ਹੈ, ਪ੍ਰੇਰਿਤ ਸਿੱਖਿਆ ਜਿਸ ਨੂੰ ਆਪਾਂ ਕਹਿੰਦੇ ਹਾਂ, ਉਹਦਾ ਇੱਕ ਸਾਈਨ ਕੀ ਹੁੰਦਾ ਹੈ, ਤਾਂ ਉਹ ਹੁੰਦਾ ਹੈ ਜੀ ਸਟੂਡੈਂਟ ਆਸਕਿੰਗ ਕੁਐਸਚਨਸ, ਜਦੋਂ ਜੋ ਸਟੂਡੈਂਟਸ ਨੇ ਕੁਐਸਚਨ ਪੁੱਛਦੇ ਹਨ। ਮੈਕਸੀਮਮ ਅਟੈਂਡੈਂਸ ਤੋਂ ਤੁਹਾਨੂੰ ਅੰਦਾਜ਼ਾ ਹੋ ਸਕਦਾ ਹੈ। ਪਿਨ ਡਰੋਪ ਸਾਈਲੈਂਸ ਤੋਂ ਅੰਦਾਜ਼ਾ ਹੋ ਸਕਦਾ ਹੈ। ਜਾਂ ਸਟੂਡੈਂਟਸ ਸਿਰਫ ਨੋਟਸ ਬਣਾ ਰਹੇ ਹਨ, ਉਸ ਤੋਂ ਤੁਹਾਨੂੰ ਲੱਗਦਾ ਹੈ ਕਿ ਬੱਚੇ ਮੋਟੀਵੇਟ ਹਨ। ਤਾਂ ਤੁਹਾਨੂੰ ਪਤਾ ਹੈ ਜੀ ਉਸ ਦੀ ਸਹੀ ਆਪਸ਼ਨ ਹੈ ਆਪਸ਼ਨ ਏ। ਜਦੋਂ ਸਟੂਡੈਂਟ ਬਾਰ-ਬਾਰ ਜੋ ਟੀਚਰ ਨੇ ਉਹਨਾਂ ਨੂੰ ਕੁਐਸਚਨਿੰਗ ਪੁੱਛਦੇ ਹਨ ਤਾਂ ਲੱਗ ਰਿਹਾ ਹੈ ਕਿ ਕਲਾਸ ਦੇ ਵਿੱਚ ਜੋ ਮੋਟੀਵੇਟਿੰਗ ਟੀਚਿੰਗ ਹੋ ਰਹੀ ਹੈ। ਆ ਡਾਇਗ੍ਰਾਮ ਸਪੀਕਸ ਮੋਰ ਦੈਨ 1000 words, the statement means that the teacher should। ਆਪਾਂ ਕਹਿ ਰਹੇ ਹਾਂ ਵੀ ਜਿਹੜੇ ਵਰਡ ਆ ਉਹਨਾਂ ਦੀ ਜਗ੍ਹਾ 'ਤੇ ਜੋ ਕੋਈ ਡਾਇਗ੍ਰਾਮ ਹੈ ਉਹ ਜ਼ਿਆਦਾ ਬੋਲਦੀ ਹੈ, ਤਾਂ ਇਹਦਾ ਕੀ ਮਤਲਬ ਹੈ। ਤਾਂ ਇਸ ਦਾ ਅਰਥ ਹੁੰਦਾ ਹੈ ਜੀ ਯੂਜ਼ ਡਾਇਗ੍ਰਾਮਸ ਇਨ ਅ ਟੀਚਿੰਗ ਤੁਸੀਂ ਡਾਇਗ੍ਰਾਮ ਯੂਜ਼ ਕਰੋ। ਯੂਜ਼ ਟੀਚਿੰਗ ਏਡਸ ਇਨ ਦਾ ਕਲਾਸ ਟੀਚਿੰਗ, ਜਾਂ ਤੁਸੀਂ ਟੀਚਿੰਗ ਏਡਸ ਯੂਜ਼ ਕਰੋ। ਸਪੀਕ ਮੋਰ ਐਂਡ ਮੋਰ ਇਨ ਦਾ ਕਲਾਸ, ਤੁਸੀਂ ਕਲਾਸ 'ਚ ਜ਼ਿਆਦਾ ਤੋਂ ਜ਼ਿਆਦਾ ਬੋਲੋ। ਨੋਟ ਸਪੀਕ ਟੂ ਮੱਚ ਇਨ ਦਾ ਕਲਾਸ 'ਚ ਜ਼ਿਆਦਾ ਨਾ ਬੋਲੋ। ਤਾਂ ਇਸ ਦੀ ਏ ਅਤੇ ਬੀ ਦੇ ਵਿੱਚ ਕਨਫਿਊਜ਼ ਨਹੀਂ ਹੋਣਾ ਜੀ। ਜਦੋਂ ਡਾਇਗ੍ਰਾਮ ਦੀ ਗੱਲ ਕਰ ਰਹੇ ਹਨ ਤਾਂ ਇਹ ਕਿਸ ਚੀਜ਼ ਦੀ ਗੱਲ ਕਰ ਰਹੇ ਹਨ, ਜੋ ਆਪਣੀ ਆਡੀਓ ਵਿਜ਼ੂਅਲ ਏਡਸ ਹਨ, ਆਡੀਓ ਵਿਜ਼ੂਅਲ ਏਡਸ ਦੀ ਗੱਲ ਕਰ ਰਹੇ ਹਨ। ਤਾਂ ਬੀ ਇਸ ਦਾ ਸਹੀ ਆਪਸ਼ਨ ਹੋਵੇਗਾ, ਜਿਸ ਵਿੱਚ ਇਹਨਾਂ ਨੇ ਕਿਹਾ ਹੈ ਆਪਾਂ ਨੂੰ ਯੂਜ਼ ਕਰਨਾ ਚਾਹੀਦਾ ਹੈ ਟੀਚਿੰਗ ਏਡਸ। ਟੀਚਿੰਗ ਏਡਸ ਕੀ ਆ ਜਾਂਦੇ ਨੇ, ਆਪਣੇ ਚਾਰਟ ਆ ਜਾਂਦੇ ਹਨ, ਪ੍ਰੋਜੈਕਟਰ ਆ ਜਾਂਦਾ ਹੈ। ਇੱਦਾਂ ਦੀਆਂ ਜੋ ਹੈਲਪ ਲਈ ਚੀਜ਼ਾਂ ਹੁੰਦੀਆਂ ਹਨ ਉਹ ਚੀਜ਼ਾਂ ਯੂਜ਼ ਕਰਨੀਆਂ ਚਾਹੀਦੀਆਂ ਹਨ, ਜਿਸ ਦੇ ਨਾਲ ਬੱਚੇ ਨੂੰ ਆਪਣਾ ਜੋ ਮਟੀਰੀਅਲ ਹੈ ਉਸ ਵਿੱਚ ਹੋਰ ਵੀ ਜ਼ਿਆਦਾ ਤੋਂ ਜ਼ਿਆਦਾ ਕਲੈਰਿਟੀ ਹੋ ਸਕੇ। ਨੈਕਸਟ ਹੈ ਜੀ ਕਸਤੂਰਬਾ ਗਾਂਧੀ ਵਿਦਿਆਲਿਆ ਸਕੀਮ। ਜੋ ਕਸਤੂਰਬਾ ਗਾਂਧੀ ਵਿਦਿਆਲਿਆ ਸਕੀਮ ਸੀ ਇਹ ਕਿਸ ਐਜੂਕੇਸ਼ਨ ਨਾਲ ਰਿਲੇਟਡ ਸੀ, ਪ੍ਰਾਇਮਰੀ, ਸੈਕੰਡਰੀ, ਹਾਇਰ ਐਜੂਕੇਸ਼ਨ। ਤਾਂ ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ, ਸੈਕੰਡਰੀ ਐਜੂਕੇਸ਼ਨ ਨਾਲ ਰਿਲੇਟਡ ਹੈ। ਦ ਫਸਟ ਸੈਂਟਰ ਟੂ ਯੂਜ਼ ਦਾ ਕੰਪਿਊਟਰ ਇਨ ਦਾ ਲਾਇਬ੍ਰੇਰੀ ਇਨਫੋਰਮੇਸ਼ਨ ਐਕਟੀਵਿਟੀਜ਼ ਇਨ ਇੰਡੀਆ। ਜਿਹੜਾ ਫਸਟ ਸੈਂਟਰ ਆ ਭਾਰਤ ਵਿੱਚ ਜੋ ਲਾਇਬ੍ਰੇਰੀ ਆ, ਸੂਚਨਾ ਗਤੀਵਿਧੀਆਂ, ਉਹਨਾਂ ਵਿੱਚ ਕੰਪਿਊਟਰ ਦੀ ਵਰਤੋਂ ਕਰਨ ਵਾਲਾ ਆਪਾਂ ਪਹਿਲਾ ਕੇਂਦਰ ਦੱਸਣਾ ਹੈ। ਤਾਂ ਉਹ ਕਿਹੜਾ ਸੀ ਜੀ, ਉਹ ਸੀ ਇੰਸਡੌਕ। ਇਸ ਦੀ ਫੁੱਲ ਫਾਰਮ ਹੁੰਦੀ ਹੈ ਇੰਡੀਅਨ ਨੈਸ਼ਨਲ ਸਾਇੰਸ ਡਾਕੂਮੈਂਟੇਸ਼ਨ ਸੈਂਟਰ। ਇੰਡੀਅਨ ਨੈਸ਼ਨਲ ਸਾਇੰਸ ਡਾਕੂਮੈਂਟੇਸ਼ਨ ਸੈਂਟਰ। ਅਤੇ ਕਦੋਂ ਬਣਿਆ ਸੀ ਜੀ, 1951 ਦੇ ਵਿੱਚ। ਇਹ ਆਪਾਂ ਨੂੰ ਲਾਇਬ੍ਰੇਰੀ ਸਾਇੰਸ ਦੇ ਵਿੱਚ ਜੋ ਟਰਮਸ ਨੇ ਆਪਾਂ ਉਸ ਦੇ ਵਿੱਚ ਪੜ੍ਹਦੇ ਹਾਂ। ਤਾਂ ਬੀ ਇਜ਼ ਦਾ ਕਰੈਕਟ ਆਂਸਰ। ਨੈਕਸਟ ਹੈ ਜੀ ਦਾ ਵਰਡ ਲਾਇਬ੍ਰੇਰੀ। ਜੋ ਵਰਡ ਲਾਇਬ੍ਰੇਰੀ ਹੈ ਇਜ਼ ਮੇਡ ਵਿਚ ਆਫ ਦਾ ਫੋਲੋਇੰਗ, ਇਹ ਕਿਸ ਵਰਡ ਤੋਂ ਬਣਿਆ ਹੈ, ਤਾਂ ਇਹ ਬਣਿਆ ਹੈ ਜੀ ਆਪਸ਼ਨ ਏ ਲੈਟਿਨ ਵਰਡ ਲਿਬਰ ਤੋਂ। ਨੈਕਸਟ ਹੈ ਜੀ ਵੇਅਰ ਇਜ਼ ਦਾ ਨੈਸ਼ਨਲ ਲਾਇਬ੍ਰੇਰੀ ਆਫ ਇੰਡੀਆ ਸਿਚੁਏਟਡ। ਇੰਡੀਆ ਦੀ ਨੈਸ਼ਨਲ ਲਾਇਬ੍ਰੇਰੀ ਕਿੱਥੇ ਹੈ, ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ ਕਲਕੱਤਾ ਦੇ ਵਿੱਚ, ਜਿਸ ਨੂੰ ਆਪਾਂ ਕੋਲਕਾਤਾ ਕਹਿੰਦੇ ਹਾਂ। ਸਕੂਲ ਇਜ਼ ਆ ਪ੍ਰਾਇਮਰੀ ਇੰਸਟੀਟਿਊਸ਼ਨ ਆਫ। ਜੋ ਸਕੂਲ ਹੈ ਪ੍ਰਾਇਮਰੀ ਇੰਸਟੀਟਿਊਸ਼ਨ ਆ ਕਾਹਦਾ ਜੀ, ਇੱਥੋਂ ਕੀ ਹੁੰਦਾ ਆਪਾਂ ਨੂੰ ਰਿਲੀਜਨ ਬਾਰੇ ਪਤਾ ਲੱਗਦਾ, ਮਿਲਟਰਾਈਜੇਸ਼ਨ ਬਾਰੇ ਪਤਾ ਲੱਗਦਾ, ਜਾਂ ਜੁਵਨਲ ਜਸਟਿਸ ਬਾਰੇ ਪਤਾ ਲੱਗਦਾ, ਜਾਂ ਸੋਸ਼ਲਾਈਜੇਸ਼ਨ ਬਾਰੇ। ਸੋ ਡੀ ਇਜ਼ ਦਾ ਕਰੈਕਟ ਆਪਸ਼ਨ। ਇਸ ਤੋਂ ਆਪਾਂ ਨੂੰ ਜੋ ਸਮਾਜੀਕਰਨ ਹੈ ਬੱਚੇ ਦੇ ਵਿੱਚ ਜੋ ਗੁਣ ਨੇ ਉਹ ਇੱਥੋਂ ਹੀ ਪੈਦਾ ਹੁੰਦੇ ਹਨ। ਨੈਕਸਟ ਹੈ ਜੀ RTE ਐਕਟ ਵਾਜ਼ ਇੰਪਲੀਮੈਂਟਡ ਇਨ ਇੰਡੀਆ ਵਿਦ ਇਫੈਕਟ ਔਨ। ਜੋ RTE ਐਕਟ ਹੈ ਉਹ ਕਦੋਂ ਤੋਂ ਸਟਾਰਟ ਹੋਇਆ ਸੀ ਇੰਡੀਆ ਦੇ ਵਿੱਚ, ਇਫੈਕਟ ਵਿੱਚ ਲਾਗੂ ਕਦੋਂ ਹੋਇਆ ਸੀ, ਤਾਂ ਉਹ ਹੋਇਆ ਸੀ ਜੀ 1 ਅਪ੍ਰੈਲ 2010 ਨੂੰ। ਸੋ ਡੀ ਇਜ਼ ਦਾ ਕਰੈਕਟ ਆਪਸ਼ਨ। ਬਾਈ ਵਿਚ ਆਫ ਦਾ ਫੋਲੋਇੰਗ ਮੈਥਡਸ ਦਾ ਟਰੂ ਅਵੈਲੂਏਸ਼ਨ ਆਫ ਦਾ ਸਟੂਡੈਂਟਸ ਇਜ਼ ਪੋਸੀਬਲ। ਕਿਸ ਮੈਥਡ ਰਾਹੀਂ ਜੋ ਬੱਚੇ ਨੇ ਉਹਨਾਂ ਦੀ ਜੋ ਆਪਾਂ ਚੰਗੀ ਤਰ੍ਹਾਂ ਅਵੈਲੂਏਸ਼ਨ ਕਰ ਸਕਦੇ ਹਾਂ। ਅਵੈਲੂਏਸ਼ਨ ਐਟ ਦਾ ਐਂਡ ਆਫ ਦਾ ਕੋਰਸ, ਜਿਸ ਨੂੰ ਆਪਾਂ ਸਮੇਟਿਵ ਕਹਿੰਦੇ ਹਾਂ। ਅਵੈਲੂਏਸ਼ਨ ਟਵਾਈਸ ਇਨ ਅ ਈਅਰ, ਸਿਰਫ 2 ਵਾਰ ਸਾਲ ਦੇ ਵਿੱਚ। ਕੰਟੀਨਿਊਸ ਵੈਲੂਏਸ਼ਨ, ਲਗਾਤਾਰ ਜੋ ਵੈਲੂਏਸ਼ਨ ਹੁੰਦੀ ਰਹਿੰਦੀ ਹੈ। ਜੋ ਫੋਰਮੇਟਿਵ ਵੈਲੂਏਸ਼ਨ, ਜੋ ਕਿ ਆਪਾਂ ਥੋੜ੍ਹੀ ਟਾਈਮ ਬਾਅਦ ਲੈਂਦੇ ਰਹਿੰਦੇ ਹਾਂ। ਤਾਂ ਇਹ ਹੈ ਜੀ ਕੰਟੀਨਿਊਸ ਵੈਲੂਏਸ਼ਨ, ਜੋ ਲਗਾਤਾਰ ਬੱਚੇ ਦੀ ਵੈਲੂਏਸ਼ਨ ਹੁੰਦੀ ਹੈ, ਉਸ ਤੋਂ ਆਪਾਂ ਬੱਚੇ ਨੂੰ ਚੰਗੀ ਤਰ੍ਹਾਂ ਜੱਜ ਜੋ ਹੈ ਕਰ ਸਕਦੇ ਹਾਂ। ਨੈਕਸਟ ਹੈ ਜੀ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਕਰੈਕਟਰਿਸਟਿਕ ਆਫ ਗੁੱਡ ਅਚੀਵਮੈਂਟ ਟੈਸਟ। ਆਪਾਂ ਬੱਚੇ ਲਈ ਕੋਈ ਅਚੀਵਮੈਂਟ ਟੈਸਟ ਪਾਇਆ ਹੈ ਤਾਂ ਆਪਾਂ ਉਸ ਦੀ ਇੱਕ ਵਿਸ਼ੇਸ਼ਤਾ ਕਿਹੜੀ ਨਹੀਂ ਹੈ, ਮਤਲਬ ਟੈਸਟ ਵਿੱਚ ਕੀ ਨਹੀਂ ਹੋਣਾ ਚਾਹੀਦਾ, ਤਾਂ ਉਸ ਵਿੱਚ ਐਂਬੀਗਿਊਟੀ ਨਹੀਂ ਹੋਣੀ ਚਾਹੀਦੀ। ਮਤਲਬ ਆਪਾਂ ਕਹਿ ਸਕਦੇ ਹਾਂ ਕਿ ਉਸ ਦੇ ਵਿੱਚ ਅਸਪਸ਼ਟਤਾ ਨਹੀਂ ਹੋਣੀ ਚਾਹੀਦੀ ਕਿ ਬੱਚੇ ਨੂੰ ਕਲੀਅਰ ਹੀ ਨਾ ਹੋਵੇ। ਰਿਲਾਇਬਿਲਿਟੀ,
ਰਿਲਾਇਬਿਲਿਟੀ ਹੁੰਦੀ ਹੈ ਜੀ ਜੋ ਆਪਾਂ ਟੈਸਟ ਬਣਾਇਆ ਹੈ ਕਿ ਉਹ ਰਿਲਾਇਬਲ ਹੈ, ਕਿ ਉਸ ਦੇ ਰਿਜ਼ਲਟ ਜੇ 1 2 3 ਜਾਂ 10 ਬੱਚੇ ਕਰ ਰਹੇ ਹਨ ਤਾਂ ਕੀ ਉਹ ਟੈਸਟ ਦੇ ਰਿਜ਼ਲਟ ਸੇਮ ਆ ਰਹੇ ਹਨ। ਵੈਲੀਡਿਟੀ ਮਤਲਬ ਜਿਸ ਚੀਜ਼ ਨੂੰ ਆਪਾਂ ਮੈਜ਼ਰ ਕਰਨਾ ਚਾਹੁੰਦੇ ਸੀ ਕਿ ਉਹ ਆਪਣਾ ਜੋ ਟੈਸਟ ਹੈ ਉਸ ਚੀਜ਼ ਨੂੰ ਮੈਜ਼ਰ ਕਰ ਰਿਹਾ ਹੈ, ਤਾਂ ਬੀ ਇਸ ਦਾ ਕਰੈਕਟ ਆਪਸ਼ਨ ਹੈ ਜੀ। ਟੈਸਟ ਦੇ ਵਿੱਚ ਅਸਪਸ਼ਟਤਾ ਹੈ ਜੋ ਉਹ ਨਹੀਂ ਹੋਣੀ ਚਾਹੀਦੀ। ਆਈਡੈਂਟੀਫਾਈ the category of evaluation that assess the learning progress to provide continuous feedback to the students during instruction। ਇਸ ਦੇ ਵਿੱਚ ਕਿਹਾ ਗਿਆ ਜੀ ਤੁਸੀਂ ਇਵੈਲੂਏਸ਼ਨ ਦੀ ਉਹ ਕੈਟੇਗਰੀ ਦੱਸਣੀ ਹੈ ਜਦੋਂ ਸਿੱਖਿਆ ਦੇ ਦੌਰਾਨ ਜੋ ਸਟੂਡੈਂਟਸ ਨੇ ਉਹਨਾਂ ਨੂੰ ਕੰਟੀਨਿਊਸਲੀ ਜੋ ਫੀਡਬੈਕ ਹੈ ਉਹ ਮਿਲਦੀ ਰਹੇ, ਤਾਂ ਉਹ ਹੁੰਦੀ ਹੈ ਜੀ ਫੋਰਮੇਟਿਵ ਹੁੰਦੀ ਹੈ ਜੋ ਸਾਰਿਆਂ ਨੂੰ ਆਪਾਂ ਕਿਸੇ ਵੀ ਸਮੈਸਟਰ ਦੇ ਜਾਂ ਜੋ ਆਪਾਂ ਕਹਿ ਸਕਦੇ ਹਾਂ ਸਾਲ ਦੇ ਐਂਡ 'ਤੇ ਕਰਦੇ ਹਾਂ। ਡਾਇਗਨੋਸਟਿਕ ਹੁੰਦੀ ਹੈ ਜੀ ਜਿਸ ਵਿੱਚ ਆਪਾਂ ਬੱਚੇ ਦੀ ਇਵੈਲੂਏਸ਼ਨ ਕਰਦੇ ਹਾਂ, ਉਸ ਨੂੰ ਕੋਜ ਦੇ ਨਾਲ ਜੋ ਸੋਲਿਊਸ਼ਨਸ ਨੇ ਉਹ ਵੀ ਪ੍ਰੋਵਾਈਡ ਕਰਦੇ ਹਾਂ। ਨੈਕਸਟ ਹੈ ਜੀ ਡਾਇਗਨੋਸਟਿਕ ਇਵੈਲੂਏਸ਼ਨ ਕੀ ਹੁੰਦੀ ਹੈ। ਡਾਇਗਨੋਸਟਿਕ ਇਵੈਲੂਏਸ਼ਨ ਦੇ ਵਿੱਚ ਆਪਾਂ ਕੋਜ਼ ਐਂਡ ਰੈਮੀਡੀਜ਼ ਆਫ ਪਰਸਿਸਟੈਂਟ ਲਰਨਿੰਗ ਪ੍ਰੋਬਲਮ ਡਿਊਰਿੰਗ ਇੰਸਟਰਕਸ਼ਨ। ਜਦ ਬੱਚੇ ਨੂੰ ਆਪਾਂ ਕੋਈ ਇੰਸਟਰਕਸ਼ਨ ਦਿੰਦੇ ਹਾਂ ਤਾਂ ਬੱਚੇ ਨੂੰ ਕਿਸ ਤਰ੍ਹਾਂ ਦੀਆਂ ਜੋ ਸਮੱਸਿਆਵਾਂ ਆ ਰਹੀਆਂ ਹਨ ਉਸ ਨੂੰ ਫਾਈਂਡ ਆਊਟ ਕਰਦੇ ਹਾਂ ਅਤੇ ਉਸ ਦੇ ਲਈ ਫਿਰ ਜੋ ਸੋਲਿਊਸ਼ਨ ਆ ਉਹ ਵੀ ਰੈਮੀਡੀਅਲ ਟੀਚਿੰਗ ਦੇ ਵਿੱਚ ਆਪਾਂ ਬੱਚੇ ਨੂੰ ਪ੍ਰੋਵਾਈਡ ਕਰਵਾਉਂਦੇ ਹਾਂ। ਨੈਕਸਟ ਹੈ ਜੀ ਆਡੀਓ ਵਿਜ਼ੂਅਲ ਏਡਸ ਹੈਲਪ ਦਾ ਟੀਚਰ। ਜੋ AV ਏਡਸ ਹੁੰਦੇ ਨੇ ਜਿਹਨਾਂ ਨੂੰ ਆਪਾਂ AV ਕਹਿੰਦੇ ਹਾਂ, ਜਿਵੇਂ ਚਾਰਟ ਵਗੈਰਾ ਹੋ ਗਏ, ਇਹ ਟੀਚਰ ਦੀ ਕੀ ਹੈਲਪ ਕਰਦੇ ਨੇ। ਇਹ ਹੈਲਪ ਕੀ ਕਰਦੇ ਨੇ, ਕ੍ਰੀਏਟਿੰਗ ਰੈਪੋ ਵਿਦ ਅਦਰ ਟੀਚਰਸ, ਦੂਜੇ ਟੀਚਰਾਂ ਦੇ ਵਿੱਚ ਆਪਣੀ ਰੈਪੋ ਵਧੀਆ ਬਣਾਉਣ ਲਈ। ਪਾਸਿੰਗ ਟਾਈਮ ਕੁਇਕਲੀ, ਇਹਦੇ ਨਾਲ ਟਾਈਮ ਜਲਦੀ ਪਾਸ ਹੋ ਜਾਂਦਾ। ਮੇਕਿੰਗ ਸਟੂਡੈਂਟਸ ਆਕੂਪਾਈਡ ਵਿਦ ਸਮ ਵਰਕ, ਬੱਚੇ ਨੂੰ ਬਿਜ਼ੀ ਰੱਖਣ ਲਈ ਕੰਮ ਆਉਂਦੇ ਨੇ। ਜਾਂ ਮੇਨਟੇਨਿੰਗ ਦਾ ਇੰਟਰਸਟ ਐਂਡ ਇੰਟੈਂਸ਼ਨ ਆਫ ਦਾ ਸਟੂਡੈਂਟਸ ਇਨ ਕਲਾਸਰੂਮ ਐਕਟੀਵਿਟੀਜ਼। ਸੋ ਸੀ ਇਜ਼ ਦਾ ਕਰੈਕਟ ਆਪਸ਼ਨ। ਬੱਚੇ ਦਾ ਇੰਟਰਸਟ ਜ਼ਿਆਦਾ ਬਣਦਾ ਹੈ ਸਟੱਡੀ ਦੇ ਵਿੱਚ ਅਤੇ ਉਹ ਕਲਾਸਰੂਮ ਐਕਟੀਵਿਟੀਜ਼ ਵੱਲ ਜ਼ਿਆਦਾ ਧਿਆਨ ਦਿੰਦੇ ਹਨ। ਨੈਕਸਟ ਹੈ ਜੀ ਦਾ ਇੰਸਟੀਟਿਊਸ਼ਨ ਰਿਸਪੋਂਸੀਬਲ ਫॉर ਫਰੇਮਿੰਗ ਦਾ ਨੈਸ਼ਨਲ ਕਰੀਕੂਲਮ ਫਰੇਮਵਰਕ। ਜੋ ਆਪਣਾ NCF ਹੈ ਤਾਂ ਤੁਸੀਂ ਇਸ ਦੀ ਸ਼ਾਰਟ ਫਾਰਮ ਵੀ ਯਾਦ ਰੱਖਣੀ ਹੈ। NCF ਫੁੱਲ ਫਾਰਮ ਕੀ ਹੈ, ਨੈਸ਼ਨਲ ਕਰੀਕੂਲਮ ਫਰੇਮਵਰਕ। ਤਾਂ ਇਹ ਕਿਹੜੀ ਜੋ ਇੰਸਟੀਟਿਊਸ਼ਨ ਹੈ ਉਹ ਬਣਾਉਂਦਾ ਹੈ, ਅਤੇ ਇਹ ਬਣਾਉਂਦਾ ਹੈ ਜੀ NCERT। ਅਤੇ NCERT ਦੀ ਫੁੱਲ ਫਾਰਮ ਹੁੰਦੀ ਹੈ ਨੈਸ਼ਨਲ ਕਾਊਂਸਿਲ ਆਫ ਐਜੂਕੇਸ਼ਨਲ ਰਿਸਰਚ ਐਂਡ ਫਰੇਮਵਰਕ। ਅਤੇ ਇਹ ਕਦੋਂ ਬਣੀ ਸੀ ਜੀ, ਇਹ ਬਣੀ ਸੀ 1961 ਈਸਵੀ ਦੇ ਵਿੱਚ। ਨੈਸ਼ਨਲ ਕਾਊਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਫਰੇਮਵਰਕ। ਨੈਕਸਟ ਕੁਐਸਚਨ ਹੈ ਜੀ ਟਰਮ ਸੋਸ਼ਲ ਸਟਰਕਚਰ। ਜੋ ਟਰਮ ਹੈ ਸੋਸ਼ਲ ਸਟਰਕਚਰ ਉਸਦਾ ਮੀਨਸ ਕੀ ਹੁੰਦਾ ਹੈ, ਸੁਸਾਇਟੀ। ਤਾਂ ਸੁਸਾਇਟੀ ਕਿਸ ਤਰ੍ਹਾਂ ਦੀ ਹੁੰਦੀ ਹੈ, ਤਾਂ ਉਹ ਹੁੰਦਾ ਹੈ ਇਜ਼ ਸਟ੍ਰੈਟੀਫਾਈਡ, ਜਿਸ ਨੂੰ ਆਪਾਂ ਕਹਿ ਸਕਦੇ ਹਾਂ ਜੋ ਸੁਸਾਇਟੀ ਹੈ ਉਹ ਆਪਣੀ ਪੱਧਰੀ ਹੁੰਦੀ ਹੈ। ਸੋ B ਇਜ਼ ਦਾ ਕਰੈਕਟ ਆਪਸ਼ਨ। ਨੈਕਸਟ ਹੈ ਜੀ ਜੋ ਐਜੂਕੇਸ਼ਨ ਕਮਿਸ਼ਨ ਹੈ ਇਨ ਇੰਡੀਪੈਂਡੈਂਟ ਇੰਡੀਆ ਵਿੱਚ ਫੋਕਸਡ ਔਨ ਕਿਸ ਚੀਜ਼ 'ਤੇ ਫੋਕਸ ਕਰ ਰਿਹਾ ਹੈ, ਸੈਕੰਡਰੀ ਐਜੂਕੇਸ਼ਨ 'ਤੇ। ਤਾਂ ਇਸ ਨੂੰ ਚੇਅਰ ਕਿਸ ਨੇ ਕੀਤਾ ਸੀ, ਤਾਂ ਇਸ ਦਾ ਜੋ ਚੇਅਰਮੈਨ ਸੀ ਉਹ ਸੀ ਜੀ ਡਾਕਟਰ A ਲਕਸ਼ਮਣ ਸਵਾਮੀ ਮੁਦਲਿਆਰ। ਸੋ C ਇਜ਼ ਦਾ ਕਰੈਕਟ ਆਪਸ਼ਨ। ਵੈਨ ਦਾ ਯੂਨੀਅਨ ਕੈਬਨਿਟ ਡਿਡ ਅਪਰੂਵ ਦਾ ਨੈਸ਼ਨਲ ਐਜੂਕੇਸ਼ਨ ਪੋਲਿਸੀ 2020। ਯੂਨੀਅਨ ਕੈਬਨਿਟ ਦੇ ਵਿੱਚ ਜੋ 2020 ਵਾਲੀ ਪੋਲਿਸੀ ਸੀ ਇਹ ਕਦੋਂ ਅਪਰੂਵ ਕੀਤੀ ਗਈ ਸੀ, ਤਾਂ ਇਹ ਕੀਤੀ ਗਈ ਸੀ ਜੀ 29 ਜੁਲਾਈ 2020 ਦੇ ਵਿੱਚ। B ਇਜ਼ ਦਾ ਕਰੈਕਟ ਆਪਸ਼ਨ। ਵਟ ਵੁੱਡ ਬੀ ਯੂਅਰ ਅਪਰੋਚ ਇਫ ਸਟੂਡੈਂਟਸ ਇੰਟਰਪਟ ਯੂਅਰ ਕਲਾਸ। ਜੇਕਰ ਬੱਚੇ ਕਲਾਸ ਨੂੰ ਬਹੁਤ ਜ਼ਿਆਦਾ ਇੰਟਰਪਟ ਕਰ ਰਹੇ ਹਨ, ਰੁਕਾਵਟ ਪਾ ਰਹੇ ਹਨ, ਤਾਂ ਤੁਹਾਡਾ ਅਪਰੋਚ ਕੀ ਹੋਣੀ ਚਾਹੀਦੀ ਹੈ। ਯੂ ਵਿਲ ਆਸਕ ਹਿਮ ਟੂ ਲੀਵ ਦਾ ਕਲਾਸ। ਤੁਸੀਂ ਬੱਚੇ ਨੂੰ ਕਹੋਗੇ ਕਲਾਸ ਛੱਡ ਕੇ ਚਲੇ ਜਾਓ। ਯੂ ਵਿਲ ਅਸੈਸ ਹੀਜ਼ ਰੀਜ਼ਨਸ ਟੂ ਡੂ ਦਾ ਸੇਮ। ਤੁਸੀਂ ਰੀਜ਼ਨਸ ਦਾ ਪਤਾ ਲਗਾਓਗੇ ਕਿ ਬੱਚੇ ਅਜਿਹਾ ਕਿਉਂ ਕਰ ਰਹੇ ਹਨ। ਯੂ ਵਿਲ ਆਸਕ ਹਿਮ ਟੂ ਬਿਹੇਵ ਪ੍ਰੋਪਰਲੀ। ਤੁਸੀਂ ਉਹਨਾਂ ਨੂੰ ਕਹੋਗੇ ਵੀ ਚੰਗੀ ਤਰ੍ਹਾਂ ਬਿਹੇਵ ਕਰਨ। ਯੂ ਵਿਲ ਗਿਵ ਹਿਮ ਐਕਸਟਰਾ ਹੋਮਵਰਕ। ਤਾਂ ਤੁਸੀਂ ਬੱਚੇ ਨੂੰ ਐਕਸਟਰਾ ਹੋਮਵਰਕ ਦੇ ਦੋਗੇ ਤਾਂ ਕਿ ਉਹ ਬਿਜੀ ਰਹਿਣ। ਤਾਂ ਇਸ ਦਾ ਜੋ ਸਹੀ ਆਪਸ਼ਨ ਹੈ ਉਹ ਹੈ ਜੀ ਆਪਸ਼ਨ B, ਜਿਸ ਦੇ ਵਿੱਚ ਆਪਾਂ ਰੀਜ਼ਨ ਪਤਾ ਕਰਾਂਗੇ ਕਿ ਬੱਚੇ ਇੱਦਾਂ ਕਿਉਂ ਕਰ ਰਹੇ ਹਨ। ਨੈਕਸਟ ਹੈ ਜੀ ਯੂ ਹੈਵ ਅ ਕਲਾਸ ਵਿਚ ਇਜ਼ ਵੈਰੀ ਹੀਟਰੋਜੀਨਸ ਇਨ ਹਾਈਟ, ਯੂ ਸ਼ੁੱਡ ਅਲਾਓ ਅ ਸੀਟਿੰਗ ਅਰੇਂਜਮੈਂਟ। ਇਹਨਾਂ ਨੇ ਪੁੱਛਿਆ ਜੀ ਤੁਹਾਡੇ ਕੋਲ ਇੱਕ ਕਲਾਸ ਹੈ ਜੋ ਉਚਾਈ ਵਿੱਚ ਬਹੁਤ ਵਿਭਿੰਨ ਹੈ, ਕਿਸੇ ਦੀ ਹਾਈਟ ਜ਼ਿਆਦਾ ਹੈ, ਕਿਸੇ ਦੀ ਹਾਈਟ ਛੋਟੀ ਹੈ, ਤਾਂ ਤੁਸੀਂ ਬੱਚਿਆਂ ਦੇ ਬੈਠਣ ਦਾ ਪ੍ਰਬੰਧ ਕਿੱਦਾਂ ਕਰੋਗੇ। ਵਿਚ ਇਜ਼ ਰੈਂਡਮ, ਜੋ ਕੋਈ ਕਿੱਥੇ ਵੀ ਬੈਠ ਜਾਵੇ। ਵਿਚ ਇਜ਼ ਪਿਓਰਲੀ ਬੇਸਡ ਔਨ ਹਾਈਟ, ਜਾਂ ਜੋ ਹਾਈਟ ਦੇ ਅਕੋਰਡਿੰਗ ਬੈਠਣ ਉਸ 'ਤੇ ਦੇਖੋਗੇ। ਨੈਕਸਟ ਹੈ ਜੀ ਵੇਅਰ ਸਟੂਡੈਂਟਸ ਸ਼ਾਰਟਰ ਇਨ ਹਾਈਟ ਆਰ ਅਲਾਊਡ ਟੂ ਸਿਟ ਇਨ ਸੱਚ ਅ ਵੇ ਦੈਟ ਦੇ ਕੈਨ ਸੀ ਐਂਡ ਪਾਰਟੀਸਪੇਟ ਈਜ਼ਲੀ ਇਨ ਕਲਾਸ ਐਕਟੀਵਿਟੀਜ਼। ਜਾਂ ਤੁਸੀਂ ਇੱਦਾਂ ਕਰੋਗੇ ਕਿ ਜੋ ਛੋਟੇ ਬੱਚੇ ਹਨ ਉਹਨਾਂ ਨੂੰ ਇਸ ਤਰ੍ਹਾਂ ਬਿਠਾਓਗੇ ਕਿ ਉਹ ਜੋ ਕਲਾਸ ਦੀਆਂ ਗਤੀਵਿਧੀਆਂ ਨੇ, ਜੋ ਵੀ ਐਕਟੀਵਿਟੀਜ਼ ਹੁੰਦੀਆਂ ਨੇ, ਉਹਨਾਂ ਨੂੰ ਆਸਾਨੀ ਨਾਲ ਦੇਖ ਸਕਣ ਅਤੇ ਉਹਨਾਂ ਵਿੱਚ ਹਿੱਸਾ ਲੈ ਸਕਣ। ਦੈਟ ਹੈਜ਼ ਟੋਲਰ ਸਟੂਡੈਂਟਸ ਔਨ ਵਨ ਸਾਈਡ ਆਫ ਦਾ ਕਲਾਸ। ਜਾਂ ਤੁਸੀਂ ਬੱਚੇ ਨੂੰ, ਜੋ ਲੰਬੇ ਬੱਚੇ ਨੇ ਉਹਨਾਂ ਨੂੰ ਇੱਕ ਸਾਈਡ 'ਤੇ ਬਿਠਾ ਦੋਗੇ।
ਤਾਂ ਇਸ ਦਾ ਸਹੀ ਆਪਸ਼ਨ ਹੋਵੇਗੀ ਜੀ ਆਪਸ਼ਨ ਸੀ, ਜਿਸ ਵਿੱਚ ਜੋ ਛੋਟੇ ਕੱਦ ਦੇ ਬੱਚੇ ਹਨ ਤੁਸੀਂ ਉਹਨਾਂ ਨੂੰ ਇੱਦਾਂ ਸੈਟਿੰਗ ਕਰੋਗੇ, ਬਿਠਾਓਗੇ ਕਿ ਕਲਾਸ ਦੇ ਵਿੱਚ ਜੋ ਵੀ ਐਕਟੀਵਿਟੀਜ਼ ਹੁੰਦੀਆਂ ਹਨ ਉਹ ਚੰਗੀ ਤਰ੍ਹਾਂ ਦੇਖ ਸਕਣ। ਸੋ ਇਸ ਦੇ ਨਾਲ ਹੀ ਜੋ ਆਪਣੇ ਟੀਚਿੰਗ ਦੇ 30 ਕੁਐਸਚਨ ਸਨ ਪਿਛਲੇ ਸਾਲ ਦੇ ਪੇਪਰ ਦੇ, ਉਹ ਕੰਪਲੀਟ ਹੋ ਗਏ ਹਨ। ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਜੋ ਸਟੂਡੈਂਟਸ ਨੇ ਉਹਨਾਂ ਤੱਕ ਸ਼ੇਅਰ ਕਰ ਦਿਓ, ਤਾਂ ਕਿ ਜੋ ਫ੍ਰੀ ਆਫ ਕਾਸਟ ਆਪਣਾ ਮਟੀਰੀਅਲ ਹੈ ਉਹ ਸਟੂਡੈਂਟਸ ਤੱਕ ਜੋ ਹੈ ਪਹੁੰਚ ਸਕੇ। ਅਤੇ ਇਸ ਦਾ PDF ਲੈਣ ਲਈ ਮੈਂ ਟੈਲੀਗ੍ਰਾਮ ਜੋ ਲਿੰਕ ਚੈਨਲ ਦਾ ਮੇਰਾ ਲਿੰਕ ਹੈ, ਮੈਂ ਇਸ ਡਿਸਕ੍ਰਿਪਸ਼ਨ ਦੇ ਵਿੱਚ ਆਪਣਾ ਡਿਸਪਲੇ ਕੀਤਾ ਹੋਇਆ ਹੈ, ਤੁਸੀਂ ਉੱਥੋਂ ਟੈਲੀਗ੍ਰਾਮ ਲਿੰਕ ਜੁਆਇਨ ਕਰ ਲੈਣਾ, ਤਾਂ ਕਿ ਜੋ ਵੀ ਆਪਾਂ ਕਲਾਸ ਦੇ ਵਿੱਚ ਮਟੀਰੀਅਲ ਕਰਦੇ ਹਾਂ ਉਸ ਦਾ PDF ਤੁਹਾਨੂੰ ਉੱਥੋਂ ਮਿਲ ਜਾਵੇਗਾ। ਥੈਂਕ ਯੂ ਸੋ ਮਚ।